ਹੈਲੋ ਗਾਇਸ, ਵੈਲਕਮ ਬੈਕ ਟੂ ਮਾਈ ਚੈਨਲ। ਸੋ ਇਹ ਵਾਲੀ ਵੀਡੀਓ ਦੇ ਵਿੱਚ ਆਪਾਂ ਜੋ ਸੀਨੀਅਰ ਅਸਿਸਟੈਂਟ ਦੀ ਕੀ ਆਨਸਰ ਕੀ ਨੂੰ ਡਿਸਕਸ ਕੀਤਾ ਸੀ, ਉਹਦੇ ਵਿੱਚ ਰੀਜ਼ਨਿੰਗ ਵਾਲਾ ਚੈਪਟਰ ਪਾਰਟ ਰਹਿ ਗਿਆ ਸੀ। ਠੀਕ ਹੈ, ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਰੀਜ਼ਨਿੰਗ ਪਾਰਟ ਨੂੰ ਕਵਰ ਕਰਾਂਗੇ ਵਿਦ ਫੁੱਲ ਐਕਸਪਲੇਨੇਸ਼ਨ। ਠੀਕ ਹੈ, ਹਰ ਇੱਕ ਸਮ ਨੂੰ ਸੋਲਵ ਕਰਕੇ ਕਲੀਅਰ ਕਰਾਂਗੇ। ਠੀਕ ਹੈ, ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਐਵੇਂ ਦੀਆਂ ਵੀਡੀਓਜ਼ ਨੂੰ ਤੁਸੀਂ ਦੇਖ ਸਕੋ। ਠੀਕ ਹੈ, ਸੋ ਫਸਟ ਆਪਾਂ ਕੁਐਸਚਨ ਪੜ੍ਹਦੇ ਆਂਗੇ ਰੀਜ਼ਨਿੰਗ ਦਾ। ਕਹਿੰਦੇ ਇੱਥੇ 6 ਵਿਅਕਤੀ PQRSTU ਦਾ ਪਰਿਵਾਰ ਆ, ਅਤੇ ਉਹਦੇ ਵਿੱਚ ਕੀ ਆ, ਲਾਈਬ੍ਰੇਰੀਅਨ ਵੀ ਆ, ਡਾਈਟੀਸ਼ਨ ਵੀ ਆ, ਟੇਲਰ ਵੀ ਆ, ਠੀਕ ਹੈ, ਸਕੱਤਰ ਵੀ ਆ, ਅਰਥ ਸ਼ਾਸਤਰੀ ਵੀ ਆ, ਅਤੇ ਆਰਕੀਟੈਕਟ ਵੀ ਆ। ਠੀਕ ਹੈ, ਪਰਿਵਾਰ ਦੇ ਵਿੱਚ 2 ਵਿਆਹੇ ਜੋੜੇ ਨੇਗੇ। ਠੀਕ ਹੈ, ਸੋ ਦੇਅਰ ਆਰ 2 ਕਪਲ ਇਨ ਦੀ ਫੈਮਿਲੀ। ਠੀਕ ਹੈ, ਹੁਣ ਜਿਹੜਾ ਐਸ ਹੈਗਾ, ਠੀਕ ਹੈ, ਸਕੱਤਰ ਆ, ਉਹਦਾ ਵਿਆਹ ਕਿਹਦੇ ਨਾਲ ਹੋਇਆ, ਲੇਡੀ ਟੇਲਰ ਦੇ ਨਾਲ ਹੋਇਆ। ਠੀਕ ਹੈ, ਫਿਰ ਕੀ ਆ, ਡਾਈਟੀਸ਼ਨ ਦਾ ਜਿਹੜਾ ਵਿਆਹ ਉਹ ਲਾਈਬ੍ਰੇਰੀਅਨ ਨਾਲ ਹੋਇਆ, ਅਤੇ ਜਿਹੜਾ ਯੂ ਆਰਕੀਟੈਕਟ ਆ, ਕਿਊ ਦਾ ਪੁੱਤਰ ਆ ਅਤੇ ਟੀ ਦਾ ਭਰਾ, ਅਤੇ ਆਰ ਲਾਈਬ੍ਰੇਰੀਅਨ ਆ, ਉਹ ਪੀ ਦੀ ਨੂੰਹ ਆ, ਅਤੇ ਟੀ ਅਨਵਿਆਹ ਅਰਥ ਸ਼ਾਸਤਰੀ ਆ, ਅਤੇ ਯੂ ਦੀ ਦਾਦੀ ਕੀ ਆ, ਪੀ ਆ। ਹੁਣ ਜਿੱਦਾਂ ਇਹਨਾਂ ਨੇ ਆਪਾਂ ਨੂੰ ਕੁਐਸਚਨ ਦਿੱਤਾ, ਆਪਾਂ ਉੱਦਾਂ ਡਾਇਗਰਾਮ ਬਣਾਉਂਦੇ ਹਾਂ। ਠੀਕ ਹੈ, ਅਤੇ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ, ਫਸਟ ਉਹਨਾਂ ਨੇ ਕੀ ਕਿਹਾ, ਆਪਣੇ ਕੋਲ ਕਿਹੜੇ ਮੈਂਬਰ ਨੇ, PQRST ਐਂਡ U, 1 2 3 4 5 6 ਫੈਮਿਲੀ ਮੈਂਬਰਸ ਨੇ। ਠੀਕ ਹੈ, 6 ਫੈਮਿਲੀ ਮੈਂਬਰਸ ਦੇ ਵਿੱਚ ਹੁਣ ਕੀ ਕਹਿੰਦੇ ਆ, ਜੋ ਐਸ ਆ, ਠੀਕ ਹੈ, ਐਸ ਆ ਜਿਹੜਾ ਉਹ ਮੈਰਿਡ ਕਿਹਦੇ ਨਾਲ ਆ, ਐਸ ਜੋ ਮੈਰਿਡ ਆ ਉਹ ਕਿਹਦੇ ਨਾਲ ਆ, ਲੇਡੀ ਟੇਲਰ ਦੇ ਨਾਲ। ਠੀਕ ਹੈ ਜੀ, ਲੇਡੀ ਟੇਲਰ ਦੇ ਨਾਲ ਉਹਦੀ ਮੈਰਿਜ ਆ। ਫਿਰ ਇਸ ਤੋਂ ਬਾਅਦ ਆਪਾਂ ਨੂੰ ਦੱਸਿਆ ਹੋਇਆ ਇੱਕ ਜਿਹੜਾ ਡਾਈਟੀਸ਼ਨ ਆ, ਠੀਕ ਹੈ, ਦਿਖ ਰਿਹਾ, ਡਾਈਟੀਸ਼ਨ ਆ, ਉਹਦੀ ਮੈਰਿਜ ਕਿਹਦੇ ਨਾਲ ਹੋਈ ਆ, ਲਾਈਬ੍ਰੇਰੀਅਨ ਦੇ ਨਾਲ ਹੋਈ ਆ। ਇੱਕ ਜੋ ਡਾਈਟੀਸ਼ਨ ਆ, ਠੀਕ ਹੈ, ਉਹ ਆਪਾਂ ਨੂੰ ਨਹੀਂ ਪਤਾ ਕੌਣ ਆ, ਅਤੇ ਆਪਾਂ ਨੂੰ ਨਹੀਂ ਪਤਾ ਕਿ ਲਾਈਬ੍ਰੇਰੀਅਨ ਕੌਣ ਆ। ਠੀਕ ਹੈ, ਬਟ ਆਪਾਂ ਇੱਕ ਵਾਰ ਇੱਦਾਂ ਲਿਖਤਾ। ਠੀਕ ਹੈ ਜੀ, ਫਿਰ ਅੱਗੇ ਕੀ ਕਹਿੰਦੇ ਆ, ਕਹਿੰਦੇ ਯੂ ਕੀ ਆ, ਇੱਕ ਆਰਕੀਟੈਕਟ ਆ, ਅਤੇ ਸਨ ਹੈਗਾ ਕਿਊ ਦਾ। ਠੀਕ ਹੈ, ਅਤੇ ਬ੍ਰਦਰ ਹੈਗਾ ਟੀ ਦਾ। ਯੂ ਕੀ ਆ, ਬ੍ਰਦਰ ਹੈਗਾ ਟੀ ਦਾ। ਠੀਕ ਹੈ, ਦੋਨੋਂ ਇੱਕੋ ਹੀ ਲੈਵਲ 'ਤੇ ਆਉਣਗੇ। ਠੀਕ ਹੈ, ਹੁਣ ਆਪਾਂ ਨੇ ਦੋਨੋਂ ਇੱਕੋ ਲੈਵਲ 'ਤੇ ਆਉਣਗੇ ਕਿਉਂਕਿ ਬ੍ਰਦਰ ਆ। ਠੀਕ ਹੈ, ਤਾਂ ਆਪਾਂ ਜਾਂ ਇਹਦਾ ਜਾਂ ਇਹਦਾ। ਠੀਕ ਹੈ, ਆਪਾਂ ਨੂੰ ਨਹੀਂ ਪਤਾ ਕਿ ਕੌਣ ਇਹਨਾਂ 'ਚ ਕੀ ਬਾਕਸ ਫਿਲ ਹੋਏਗਾ, ਕਿਉਂਕਿ ਆਪਾਂ ਨੂੰ ਕਿਊ ਦਾ ਨਹੀਂ ਪਤਾ ਕਿ ਕੌਣ ਆ, ਬਟ ਆਪਾਂ ਨੂੰ ਪਤਾ ਕਿ ਕਿਊ ਦਾ ਕੀ ਆ, ਉਹ ਬੇਟਾ ਹੈ ਨਾ। ਤਾਂ ਆਪਾਂ ਮਤਲਬ ਮਦਰ ਦਾ ਵੀ ਤਾਂ ਬੇਟਾ ਹੋ ਸਕਦਾ, ਫਾਦਰ ਦਾ ਵੀ ਬੇਟਾ ਹੋ ਸਕਦਾ। ਤਾਂ ਆਪਾਂ ਨੂੰ ਇੱਥੇ ਐਕਚੁਅਲੀ ਜੈਂਡਰ ਨਹੀਂ ਕਲੀਅਰ ਇਹਨਾਂ ਦੋਨਾਂ ਦੇ ਵਿੱਚੋਂ ਕਿ ਕਿਹਦਾ ਜੈਂਡਰ ਕੌਣ ਆ, ਬਟ ਅਗਲੀ ਹੀ ਲਾਈਨ ਦੇ ਵਿੱਚ ਆਪਾਂ ਨੂੰ ਕਲੀਅਰ ਹੋ ਗਿਆ। ਕਹਿੰਦੇ ਆਰ ਕੀ ਆ, ਲਾਈਬ੍ਰੇਰੀਅਨ ਆ, ਅਤੇ ਡਾਟਰ ਇਨ ਲਾਅ ਕੀ ਆ, ਪੀ। ਅਗਰ ਇਹ ਆਰ ਲਾਈਬ੍ਰੇਰੀਅਨ ਆ ਤਾਂ ਇਹ ਡਾਟਰ ਆਫ ਕਿਹਦੀ ਹੋਏਗੀ, ਤਾਂ ਮਤਲਬ ਜੋ ਇੱਥੇ ਫਿਲ ਸੀ, ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਪੀ ਦੀ ਕੀ ਆ, ਉਹ ਡਾਟਰ ਇਨ ਲਾਅ ਆ। ਆਰ ਪਤਾ ਲੱਗ ਗਿਆ, ਐਸ ਪਤਾ ਲੱਗ ਗਿਆ, ਪੀ ਪਤਾ ਲੱਗ ਗਿਆ, ਯੂ ਅਤੇ ਟੀ। ਅੱਗੇ ਯੂ ਅਤੇ ਟੀ ਦੇ ਵਿੱਚ ਅੱਗੇ ਕੀ ਕਹਿੰਦੇ ਹੈਗੇ, ਕਹਿੰਦੇ ਟੀ ਕੀ ਆ, ਅਨਮੈਰਿਡ ਆ। ਠੀਕ ਹੈ, ਇਕਨੋਮਿਕਸ ਦਾ। ਟੀ ਦਾ ਆਪਾਂ ਨੂੰ ਪ੍ਰੋਫੈਸ਼ਨ ਪਤਾ ਲੱਗ ਗਿਆ ਕਿ ਉਹ ਕੀ ਆ, ਅਰਥ ਸ਼ਾਸਤਰੀ ਆ। ਹੁਣ ਕੀ ਕਹਿੰਦੇ, ਕਹਿੰਦੇ ਪੀ ਕੀ ਆ, ਗ੍ਰੈਂਡ ਮਦਰ ਆਫ ਯੂ। ਪੀ ਆਪਾਂ ਨੂੰ ਪਤਾ ਲੱਗ ਗਿਆ ਇਹ ਫੀਮੇਲ ਆ, ਅਤੇ ਕਿਹਦੀ ਇਹ ਗ੍ਰੈਂਡ ਮਦਰ ਆ ਗਈ, ਯੂ ਦੀ। ਮਤਲਬ ਅਗਰ ਯੂ ਦੀ ਕੀ ਆ, ਇਹ ਆਹ ਆਪਾਂ ਦੇਖ ਸਕਦੇ ਹਾਂ। ਠੀਕ ਹੈ, ਹੁਣ ਲੈਵਲ ਕਲੀਅਰ ਹੋ ਗਏ। ਆਹ ਜਿਹੜੇ ਪੀ ਅਤੇ ਐਸ ਅਤੇ ਪੀ ਆ, ਇਹ ਕੀ ਆ ਗਏ, ਗ੍ਰੈਂਡ ਫਾਦਰ, ਗ੍ਰੈਂਡ ਮਦਰ। ਇਹ ਕੀ ਆ ਗਏ, ਹੁਣ ਇੱਕੋ ਹੀ ਰਹਿ ਗਿਆ, ਇਕੱਲਾ ਕਿਉਂ ਰਹਿ ਗਿਆ, ਬਾਕੀ ਸਾਰੇ ਆਪਾਂ ਨੂੰ ਪ੍ਰੋਫੈਸ਼ਨ ਪਤਾ ਲੱਗ ਗਿਆ। ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਕਿਉਂ ਕੀ ਆ, ਡਾਈਟੀਸ਼ਨ ਆ। ਠੀਕ ਹੈ, ਕਲੀਅਰ ਆ। ਯੂ ਦਾ ਵੀ ਆਪਾਂ ਨੂੰ ਪਤਾ ਲੱਗ ਗਿਆ ਸੀਗਾ, ਇੱਥੇ ਆਪਾਂ ਨੂੰ ਗਿਵਨ ਸੀਗਾ ਕਿ ਯੂ ਕੀ ਹੈਗਾ, ਯੂ ਕੀ ਆ, ਆਰਕੀਟੈਕਟ ਆ। ਤਾਂ ਆਪਾਂ ਨੂੰ ਇਹਦਾ ਵੀ ਪ੍ਰੋਫੈਸ਼ਨ ਪਤਾ ਲੱਗ ਗਿਆ। ਕਲੀਅਰ, ਸਾਰਿਆਂ ਦੇ ਪ੍ਰੋਫੈਸ਼ਨ ਪਤਾ ਲੱਗ ਗਏ, ਅਤੇ ਆਹ ਆਪਾਂ ਨੂੰ ਪਤਾ ਕਿ ਇਹਦਾ ਸਨ ਆ। ਠੀਕ ਹੈ, ਇਹ ਫਾਦਰ ਆ। ਹੁਣ ਆਪਾਂ ਕੁਐਸਚਨ ਸੋਲਵ ਕਰਦੇ ਹਾਂ ਇਹਦੇ ਅਕੋਰਡਿੰਗ। ਆ ਕੀ ਹੈ, ਇਹਦਾ ਬ੍ਰਦਰ ਆ, ਇਹ ਵੀ ਆਪਾਂ ਨੂੰ ਮੈਂਸ਼ਨ ਆ ਦਿੱਤਾ ਹੋਇਆ ਕਿ ਉਹਦਾ ਬ੍ਰਦਰ ਆ। ਠੀਕ ਹੈ, ਕਲੀਅਰ, ਬ੍ਰਦਰ ਆਫ ਟੀ, ਕਿ ਯੂ ਕੀ ਆ, ਬ੍ਰਦਰ ਆਫ ਟੀ ਆ। ਠੀਕ ਹੈ, ਕਲੀਅਰ ਹੋ ਗਿਆ। ਹੁਣ ਆਪਾਂ ਕੁਐਸਚਨ ਦੇਖਦੇ ਹਾਂ। ਫਸਟ ਕੁਐਸਚਨ ਆਪਣੇ ਕੋਲ ਕੀ ਹੈ, ਕਹਿੰਦੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਵਨ ਆਫ ਦਾ ਕਪਲ। ਯੂ ਐਸ ਕਪਲ ਹੈਗਾ। ਆਪਾਂ ਆਪਣੀ ਡਾਇਗਰਾਮ ਵੀ ਨਾਲ ਦੇਖਦੇ ਹਾਂ, ਨਾਲ ਦੇਖਦੇ ਹਾਂ। ਕਹਿੰਦੇ ਯੂ ਐਸ ਕਪਲ ਹੈਗਾ। ਯੂ ਐਸ ਕਪਲ ਕਿੱਦਾਂ ਹੋ ਜਾਊਗਾ, ਕਿਉਂਕਿ ਆ ਤਾਂ ਇਹਦਾ ਬੇਟਾ, ਆ ਇੱਥੇ ਨਹੀਂ ਹੈ ਨਾ, ਫਸਟ ਰੌਂਗ ਆ। ਫਿਰ ਕਹਿੰਦੇ ਐਸ ਤੇ ਕਿਉਂ ਹੋ ਸਕਦੇ, ਐਸ ਤੇ ਕਿਉਂ ਨਹੀਂ, ਇਹ ਵੀ ਨਹੀਂ, ਕਿਉਂਕਿ ਇਹਦਾ ਗ੍ਰੈਂਡ ਫਾਦਰ ਆ, ਇਹ ਫਾਦਰ ਨੇ, ਹੈ ਨਾ। ਫਿਰ ਕਹਿੰਦੇ ਟੀ ਅਤੇ ਪੀ, ਟੀ ਉਹਦਾ ਗ੍ਰੈਂਡ ਸਨ ਆ, ਅਤੇ ਪੀ ਉਹਦੀ ਗ੍ਰੈਂਡ ਮਦਰ ਆ, ਇਹ ਵੀ ਨਹੀਂ ਹੋ ਸਕਦੇ। ਲਾਸਟ ਆਪਸ਼ਨ ਕੀ ਆ, ਕਿਊ ਅਤੇ ਆਰ। ਕਿਊ ਅਤੇ ਆਰ ਕੀ ਆ, ਕਪਲ। ਸੋ ਆਨਸਰ ਕੀ ਆ ਗਿਆ, ਡੀ।
ਨੈਕਸਟ ਕੁਐਸਚਨ ਦੇਖਦੇ ਹਾਂ, ਹਾਊ ਐਸ ਰਿਲੇਟਡ ਟੂ ਯੂ, ਠੀਕ ਹੈ। ਐਸ ਜੋ ਯੂ ਦੇ ਨਾਲ ਕਿਵੇਂ ਰਿਲੇਟ ਆ, ਐਸ ਹੁਣ ਯੂ ਦੇ ਨਾਲ ਕਿਵੇਂ ਰਿਲੇਟ ਆ ਕੀ ਆ ਗਿਆ ਗ੍ਰੈਂਡਫਾਦਰ, ਫਾਦਰ ਆ ਗ੍ਰੈਂਡਸਨ, ਤਾਂ ਐਸ ਕੀ ਲੱਗਿਆ ਉਹਦਾ ਗ੍ਰੈਂਡਫਾਦਰ ਲੱਗਿਆ। ਦੈਨ ਹਾਊ ਟੀ ਰਿਲੇਟਡ ਟੂ ਯੂ, ਆਪਣੀ ਡਾਇਗਰਾਮ ਦੇ ਵਿੱਚ ਆਪਾਂ ਨੂੰ ਕਲੀਅਰ ਆ ਕਿ ਇਹ ਦੋਨੋਂ ਕੀ ਨੇਗੇ ਬ੍ਰਦਰ, ਤਾਂ ਆਨਸਰ ਕੀ ਆ ਜਾਣਾ ਸੀਗਾ ਏ। ਕਹਿੰਦੇ ਵਟ ਇਜ਼ ਦਾ ਪ੍ਰੋਫੈਸ਼ਨ ਆਫ ਦਾ ਕਿਊ, ਕਿਊ ਦਾ ਪ੍ਰੋਫੈਸ਼ਨ ਕੀ ਹੈਗਾ, ਤਾਂ ਆਪਾਂ ਨੂੰ ਪਤਾ ਕਿਊ ਦਾ ਪ੍ਰੋਫੈਸ਼ਨ ਕੀ ਆ, ਉਹ ਕੀ ਆ ਡਾਈਟੀਸ਼ੀਅਨ ਆ, ਤਾਂ ਆਨਸਰ ਕੀ ਆ ਜਾਣਾ ਸੀ ਇਹਦਾ ਬੀ। ਕਲੀਅਰ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਸਟੇਟਮੈਂਟ ਦਿੱਤੀਆਂ ਹੋਈਆਂ ਨੇ ਕਿ ਦੋ ਸਟੇਟਮੈਂਟ ਦਿੱਤੀਆਂ ਹੋਈਆਂ ਨੇ, ਦੋ ਕਨਕਲੂਜਨ ਦਿੱਤੇ ਹੋਏ ਨੇ ਕਿ ਆਪਾਂ ਨੇ ਦੇਖਣੇ ਮੈਚ ਕਰਨੇ ਆ, ਠੀਕ ਹੈ। ਸਟੇਟਮੈਂਟ ਨੰਬਰ 1 ਕੀ ਹੈ, ਕਹਿੰਦੇ ਸਮ ਰੋਜ਼ਿਸ ਆਰ ਜੈਸਮੀਨ, ਸੈਕਿੰਡ ਆਪਾਂ ਨੂੰ ਕੀ ਕਹਿੰਦੇ ਆ, ਆਲ ਜੈਸਮੀਨਸ ਆਰ ਲਿਲੀਜ਼। ਕੁਐਸਚਨ ਦੇ ਅਕੋਰਡਿੰਗ ਆਪਾਂ ਇੱਕ ਵੈਨ ਡਾਇਗਰਾਮ ਬਣਾ ਲੈਂਦੇ ਹਾਂ, ਕੀ ਕਹਿੰਦੇ ਆ ਇਹ। ਫਸਟ ਕੁਐਸਚਨ ਦੇਖੋ, ਸਮ ਰੋਜ਼ਿਸ ਆਰ ਜੈਸਮੀਨ, ਸੋ ਆ ਰੋਜ਼ ਨੇ ਆ ਜੈਸਮੀਨ ਆ, ਠੀਕ ਹੈ। ਤਾਂ ਕੁਛ ਜਿਹੜੇ ਰੋਜ਼ਿਸ ਨੇਗੇ ਉਹ ਕੀ ਕਹਿੰਦੇ ਆ ਜੈਸਮੀਨ ਹੋ ਸਕਦੀ ਆ। ਸੈਕਿੰਡ ਆਪਣੇ ਕੋਲ ਸਟੇਟਮੈਂਟ ਦੇ ਅਕੋਰਡਿੰਗ ਦੇਖਦੇ ਹਾਂ, ਆਲ ਜੈਸਮੀਨਸ ਆਰ ਲੇਡੀਜ਼, ਠੀਕ ਹੈ। ਜਿਹੜੀਆਂ ਸਾਰੇ ਜੈਸਮੀਨਸ ਨੇਗੇ ਉਹ ਕੀ ਨੇਗੇ, ਸੌਰੀ ਲਿਲੀਜ਼ ਹੈ ਨਾ, ਲਿਲੀਜ਼ ਨੇਗੇ, ਸੌਰੀ ਲਿਲੀਜ਼ ਨੇ, ਠੀਕ ਹੈ। ਇੱਦਾਂ ਬਣਾ ਲਿਆ। ਹੁਣ ਆਪਾਂ ਦੇਖਦੇ ਹਾਂ ਇਹਦਾ ਕਨਕਲੂਜ਼ਨ ਜੋ ਆਪਾਂ ਨੂੰ ਦਿੱਤਾ ਹੋਇਆ ਗਾ, ਕਹਿੰਦੇ ਐਟ ਲੀਸਟ ਸਮ ਰੋਜ਼ਿਸ ਆਰ ਲਿਲੀਜ਼, ਠੀਕ ਹੈ। ਐਟ ਲੀਸਟ ਕੁਛ ਜਿਹੜੇ ਰੋਜ਼ਿਸ ਨੇ ਉਹ ਲਿਲੀਜ਼ ਹੋਣਗੇ, ਮਤਲਬ ਫਸਟ ਜੋ ਕੰਡੀਸ਼ਨ ਆ ਉਹ ਸੈਟਿਸਫਾਈ ਕਰਦੀ ਆ। ਸੈਕਿੰਡ ਕਨਕਲੂਜ਼ਨ ਕੀ ਕਹਿੰਦੇ, ਕਹਿੰਦੇ ਐਟ ਲੀਸਟ ਸਮ ਲਿਲੀਜ਼ ਆਰ ਜੈਸਮੀਨ, ਕਹਿੰਦੇ ਐਟ ਲੀਸਟ ਕੁਛ ਜਿਹੜੇ ਲਿਲੀਜ਼ ਹੋਣਗੇ, ਮਤਲਬ ਬਾਹਰ ਤੋਂ ਅੰਦਰ ਵੱਲ ਜਾ ਰਹੇ ਆ, ਤਾਂ ਕੀ ਆ ਕੰਡੀਸ਼ਨ ਕੀ ਆ ਸੈਟਿਸਫਾਈ ਕਰ ਰਹੀ ਹੈ ਐਟ ਲੀਸਟ ਸਮ, ਠੀਕ ਹੈ। ਸਮ ਦਾ ਫਾਰਮੂਲਾ ਅਪਲਾਈ ਹੋ ਰਿਹਾ, ਮਤਲਬ ਸੈਕਿੰਡ ਕੰਡੀਸ਼ਨ ਵੀ ਕੀ ਆ ਆਪਣੀ ਟਰੂ ਆ। ਤਾਂ ਇਹਦਾ ਜਿਹੜਾ ਆਨਸਰ ਆਉਣਾ ਸੀਗਾ ਉਹ ਕੀ ਆਉਣਾ ਸੀਗਾ, ਬਹੁਤ ਕਨਕਲੂਜ਼ਨ ਏ ਐਂਡ ਜੋ ਸੈਕਿੰਡ ਆ ਉਹ ਫੋਲੋ ਕਰਦੇ ਆ। ਨੈਕਸਟ ਆਪਾਂ ਦੇਖਦੇ ਹਾਂ 56 ਕੁਐਸਚਨ ਦੇਖਦੇ ਹਾਂ ਆਪਾਂ। 56 ਕੁਐਸਚਨ ਦੇ ਵਿੱਚ ਕੀ ਕਹਿੰਦੇ ਹੈਗੇ, ਕਹਿੰਦੇ ਕੈਮਰੇ ਦੇ ਕੰਨੀ ਫੇਸ ਕੀਤਾ ਹੋਇਆ ਗਾ, ਠੀਕ ਹੈ। ਵਾਈਲ ਇਨ ਰੋ ਦੇ ਵਿੱਚ ਬੈਠੇ ਹੋਏ ਹੈਗੇ, ਅਤੇ ਅਨੂ ਆ ਜਿਹੜੀ ਅਨੂ ਕੀ ਆ, ਉਹ ਜਿਹੜਾ ਵੀ ਵਿਅਕਤੀ ਇਜ਼ ਔਨ ਦਾ ਲੈਫਟ ਆਫ ਦਾ ਪਰਸਨ ਸਿਟਿੰਗ ਇਨ ਦਾ ਸੈਂਟਰ, ਠੀਕ ਹੈ। ਨਾਲ ਨਾਲ ਆਪਾਂ ਡਾਇਗਰਾਮ ਮਤਲਬ ਬਣਾਉਂਦੇ ਹਾਂ, ਠੀਕ ਹੈ। ਹੁਣ ਜਿਹੜੀ ਅਨੂ ਆ ਜਾਂ ਅੰਜੂ ਆ, ਠੀਕ ਹੈ, ਉਹ ਕੀ ਕਹਿੰਦੇ ਆ, ਕਹਿੰਦੇ ਜਿਹੜਾ ਵੀ ਬੰਦਾ ਸੈਂਟਰ ਦੇ ਵਿੱਚ ਬੈਠਾ, ਠੀਕ ਹੈ, ਆਹ ਰਾਈਟ ਵਾਲਾ ਪਾਸਾ, ਆਹ ਲੈਫਟ ਵਾਲਾ ਪਾਸਾ, ਠੀਕ ਹੈ। ਅਤੇ ਕੀ ਕਹਿੰਦੇ ਕੁਐਸਚਨ ਦੇ ਵਿੱਚ ਕਿ ਉਹਦੇ ਲੈਫਟ 'ਤੇ ਬੈਠੀ ਆ, ਠੀਕ ਹੈ। ਆਹ ਬੰਦੇ ਦਾ ਲੈਫਟ ਵਾਲਾ ਪਾਸਾ ਤਾਂ ਉਹਦੇ ਲੈਫਟ 'ਤੇ ਬੈਠੀ ਆ, ਠੀਕ ਹੈ। ਫਿਰ ਨੈਕਸਟ ਅੱਗੇ ਕੀ ਕਹਿੰਦੇ ਹੈਗੇ, ਕਹਿੰਦੇ ਬਟ ਇਟ ਇਜ਼ ਔਨ ਦਾ ਰਾਈਟ ਆਫ ਦਾ ਯੂਸਫ, ਠੀਕ ਹੈ। ਬਟ ਕੀ ਹੈਗਾ, ਯੂਸਫ ਦੇ ਰਾਈਟ 'ਤੇ ਬੈਠੀ ਆ। ਹੁਣ ਯੂਸਫ ਦੇ ਰਾਈਟ 'ਤੇ ਤਾਂ ਐਵੇਂ ਹੋਇਆ, ਹਾਂ ਜੋਸਫ ਦੇ ਰਾਈਟ 'ਤੇ ਬੈਠੀ ਆ, ਠੀਕ ਹੈ। ਅੱਗੇ ਦੇਖਦੇ ਆ ਅੱਗੇ ਕੀ ਕਹਿੰਦੇ ਆਪਾਂ ਨੂੰ, ਕਹਿੰਦੇ ਜਿਹੜੇ ਪੱਲਵੀ ਇਜ਼ ਔਨ ਦਾ ਰਾਈਟ ਆਫ ਦਾ ਜਤਿਨ, ਠੀਕ ਹੈ। ਪੱਲਵੀ ਕੀ ਹੈਗੇ ਜਤਨ ਦੇ ਰਾਈਟ 'ਤੇ ਆ। ਅਗਰ ਜਤਿਨ ਇੱਥੇ ਬੈਠਾ, ਠੀਕ ਹੈ, ਉਹਦੇ ਰਾਈਟ ਵਾਲੀ ਸਾਈਡ 'ਤੇ ਕੌਣ ਬੈਠੀ ਹੈਗੀ, ਪੱਲਵੀ ਬੈਠੀ ਆ, ਠੀਕ ਹੈ। ਇਹ ਜਤਿਨ ਆ, ਠੀਕ ਹੈ। ਕਲੀਅਰ। ਅੱਗੇ ਫਿਰ ਕੀ ਕਹਿੰਦੇ ਆ ਉਹ, ਐਂਡ ਜਿਹੜਾ ਰਜਿਤ ਆ ਇਜ਼ ਔਨ ਦਾ ਰਾਈਟ ਆਫ ਦਾ ਪੱਲਵੀ, ਪੱਲਵੀ ਦੀ ਰਾਈਟ ਸਾਈਡ 'ਤੇ ਕੌਣ ਬੈਠਾ ਗਾ, ਰਜਤ, ਠੀਕ ਹੈ। ਤਾਂ ਫਿਰ ਕੀ ਕਹਿੰਦੇ ਆ, ਕਹਿੰਦੇ ਰਜਤ ਜਿਹੜਾ ਹੈਗਾ ਉਹ ਕੀ ਆ, ਇਜ਼ ਦਾ ਸੈਕਿੰਡ ਪਰਸਨ ਫਰੋਮ ਦਾ ਪਰਸਨ ਸਿਟਿੰਗ ਇਨ ਦਾ ਸੈਂਟਰ, ਠੀਕ ਹੈ। ਜਿਹੜਾ ਵੀ ਕਹਿੰਦੇ ਸੈਕਿੰਡ ਇੱਥੇ ਬੈਠਾ ਗਾ ਹੈ ਨਾ, ਉਹ ਤੋਂ ਰਜਤ ਕੀ ਹੈਗਾ ਸੈਕਿੰਡ ਪਰਸਨ ਹੋਏਗਾ, ਮਤਲਬ ਆਹ ਪਰਸਨ ਬੈਠੇ ਹੋਏ ਆ ਵਨ, ਮਤਲਬ ਆਹ ਬੈਠੇ ਆ ਹੈ ਨਾ। ਹੁਣ ਜਿਵੇਂ ਕਿ ਆਹ ਹੈਗਾ, ਹੁਣ ਇਹ ਕੀ ਆ ਇੱਕ ਛੱਡ ਕੇ ਦੂਸਰੀ ਜਗ੍ਹਾ 'ਤੇ ਬੈਠਾ, ਠੀਕ ਹੈ। ਮਤਲਬ ਆਹ ਇੱਕ ਪਲੇਸ ਛੱਡ ਤੀ, ਉਹਦੇ ਸੈਕਿੰਡ 'ਤੇ ਤਾਂ ਐਵੇਂ ਬੈਠਾ, ਠੀਕ ਹੈ। ਕਲੀਅਰ ਹੋ ਗਿਆ। ਕੁਐਸਚਨ ਕੀ ਪੁੱਛਣਾ, ਕਹਿੰਦੇ ਹੂ ਇਜ਼ ਦਾ ਪਰਸਨ ਸਿਟਿੰਗ ਇਨ ਦਾ ਸੈਂਟਰ, ਸੋ ਸੈਂਟਰ ਦੇ ਵਿੱਚ ਕੌਣ ਬੈਠਾ, ਆਹ ਦੋਨੋਂ ਬੈਠੇ ਆ, ਆਹ ਦੋਨੋਂ ਹੋ ਕੇ, ਤਾਂ ਸੈਂਟਰ ਦੇ ਵਿੱਚ ਕੌਣ ਆ ਗਿਆ, ਜਤਿਨ। ਤਾਂ ਇਹਦਾ ਆਨਸਰ ਕੀ ਆਉਣਾ ਸੀਗਾ, ਰਾਈਟ ਆਨਸਰ ਸੀ ਜਤਿਨ। ਆਈ ਹੋਪ ਸੋ ਤੁਹਾਨੂੰ ਕਲੀਅਰਲੀ ਸਮਝ ਆ ਰਿਹਾ ਹੋਏਗਾ। ਸੋ ਆਪਣਾ ਨੈਕਸਟ ਕੁਐਸਚਨ ਹੈ ਕਿ ਸਪੋਜ਼ ਦੀ ਸਾਊਥ ਵੈਸਟ ਬਿਕਮ ਨੌਰਥ ਬਣ ਜਾਂਦੀ ਆ, ਵਟ ਵਿਲ ਬੀ ਦਾ ਨੌਰਥ ਈਸਟ ਬੀ, ਠੀਕ ਹੈ। ਸੋ ਪਹਿਲਾਂ ਡਾਇਗਰਾਮ ਬਣਾਉਂਦੇ ਹਾਂ, ਨੌਰਥ ਆ, ਸਾਊਥ ਆ, ਵੈਸਟ ਆ, ਈਸਟ ਆ, ਠੀਕ ਹੈ। ਹੁਣ ਸਾਊਥ ਵੈਸਟ ਮਤਲਬ ਸਾਊਥ ਅਤੇ ਵੈਸਟ ਆਹ ਵਾਲਾ ਪਾਰਟ, ਠੀਕ ਹੈ, ਇਹ ਕੀ ਬਣ ਜਾਂਦਾ, ਨੌਰਥ ਬਣ ਜਾਂਦਾ, ਠੀਕ ਹੈ। ਅਤੇ ਆਪਾਂ ਨੂੰ ਕੀ ਪੁੱਛਦੇ ਆ, ਕਹਿੰਦੇ ਜਿਹੜਾ ਨੌਰਥ ਈਸਟ ਹੋਏਗਾ, ਮਤਲਬ ਨੌਰਥ ਅਤੇ ਈਸਟ ਆਹ ਵਾਲਾ ਜਿਹੜਾ ਹੋਊਗਾ ਇਹ ਕੀ ਬਣੂਗਾ। ਹੁਣ ਇਹਦਾ ਓਪੋਜਿਟ ਆਹ, ਤਾਂ ਫਿਰ ਆਹ ਬਣ ਜਾਂਦਾ। ਹੁਣ ਇਹਦਾ ਓਪੋਜਿਟ ਕੀ ਹੋਊਗਾ, ਓਬਵੀਅਸਲੀ ਸਾਊਥ ਹੋਊਗਾ, ਆਹ ਵਾਲਾ ਪਾਰਟ ਹੋਊਗਾ। ਤਾਂ ਇਹਦਾ ਆਨਸਰ ਕੀ ਆ ਜਾਣਾ ਸੀ, ਆਨਸਰ ਇਹ ਸਾਊਥ। ਨੈਕਸਟ ਕੁਐਸਚਨ ਦੇਖਦੇ ਆਪਾਂ,
ਨੈਕਸਟ ਕੁਐਸਚਨ ਕੀ ਕਹਿੰਦੇ ਹੈਗੇ, ਕਹਿੰਦੇ ਵਟ ਇਜ਼ ਦ ਰੇਸ਼ੋ ਆਫ ਦ ਫਸਟ ਨੰਬਰ ਆਫ ਦ ਸੈਕਿੰਡ ਨੰਬਰ ਇਫ 60% ਆਫ ਫਸਟ ਨੰਬਰ ਇਜ਼ ਇਕੁਇਵਲੈਂਟ ਹੈਗਾ 1/3 ਆਫ ਅਨਦਰ ਨੰਬਰ। ਹੁਣ ਆਪਾਂ ਦੋ ਨੰਬਰ ਲੈਂਦੇ ਹਾਂ, ਇੱਕ ਆਪਾਂ ਲੈਂਦੇ ਹਾਂ ਐਕਸ, ਇੱਕ ਆਪਾਂ ਲੈਂਦੇ ਹਾਂ ਵਾਈ। ਜਿਹੜਾ ਫਸਟ ਨੰਬਰ ਆ ਉਹ ਆਪਣਾ ਐਕਸ ਹੈ ਅਤੇ ਦੂਸਰਾ ਨੰਬਰ ਕੀ ਆ ਵਾਈ। ਫਸਟ ਨੰਬਰ ਦਾ ਕਿੰਨਾ ਪਰਸੈਂਟ ਹੈਗਾ 60%। 60% ਨੂੰ ਆਪਾਂ ਐਵੇਂ ਲਿਖ ਸਕਦੇ ਹਾਂ 60/100, ਠੀਕ ਹੈ। ਇਹ ਕਹਿੰਦੇ ਇਕੁਇਵਲੈਂਟ ਹੈ ਕਿ 1/3 ਨੰਬਰ ਆਫ ਅਨਦਰ ਨੰਬਰ, ਠੀਕ ਹੈ। ਇਹਦਾ ਇਵੇਂ ਇਕੁਇਵਲੈਂਟ ਆ, ਕਲੀਅਰ ਹੈ ਜੀ। ਫਿਰ ਆਪਾਂ ਕੀ ਕਰਦੇ ਹਾਂ, ਐਕਸ ਤੇ ਵਾਈ ਦੀ ਵੈਲਿਊ ਫਾਈਂਡ ਆਊਟ ਕਰਦੇ ਹਾਂ, ਸਿੰਪਲ 3/5, ਠੀਕ ਹੈ। ਤਾਂ ਇਹਨੂੰ ਆਪਾਂ ਐਵੇਂ ਕਰ ਸਕਦੇ ਹਾਂ 3x × 3 ਅਤੇ 1/5, ਠੀਕ ਹੈ। ਤਾਂ ਇਹਨੂੰ ਆਪਾਂ ਐਵੇਂ ਲਿਖ ਸਕਦੇ ਹਾਂ 3x = 5/, ਅਤੇ x/5 ਕਿੰਨਾ ਆ ਗਿਆ 5/9, ਮਤਲਬ 5:9 ਕੀ ਆ ਗਿਆ ਇਹਦਾ ਆਂਸਰ। ਸਹੀ ਆਂਸਰ ਕੀ ਆਪਣਾ ਰਾਈਟ ਆਂਸਰ। ਦੈਨ 59 ਕੁਐਸਚਨ ਦੇਖਦੇ ਹਾਂ ਆਪਾਂ। ਕਹਿੰਦੇ ਵੱਡੀ ਸੰਖਿਆ ਨਾਲ ਗੁਣਾ ਕਰਨ 'ਤੇ ਦੋ ਪੋਜ਼ੀਟਿਵ ਪੂਰਨ ਅੰਕਾਂ ਦਾ ਜੋੜ, ਠੀਕ ਹੈ, 2021 ਹੈ। ਐਂਡ ਜਿਹੜੀ ਛੋਟੀ ਸੰਖਿਆ ਨਾਲ ਜਦੋਂ ਆਪਾਂ ਗੁਣਾ ਕੀਤਾ ਜਾਂਦਾ ਤਾਂ ਉਹਦਾ ਜਿਹੜਾ ਅੰਤਰ ਆ, ਮਤਲਬ ਡਿਫਰੈਂਸ ਆ, ਉਹ ਕਿੰਨਾ ਆਉਂਦਾ 36 ਆਉਂਦਾ। ਅਤੇ ਉਹ ਦੋ ਜਿਹੜੀਆਂ ਸੰਖਿਆਵਾਂ ਨੇ ਆਪਾਂ ਨੇ ਉਹ ਕੀ ਆ ਫਾਈਂਡ ਆਊਟ ਕਰਨੀਆਂ ਨੇਗੀਆਂ, ਠੀਕ ਹੈ। ਤਾਂ ਪਹਿਲਾਂ ਆਪਾਂ ਬਸ ਸਟੇਟਮੈਂਟ ਲਿਖਦੇ ਹਾਂ। ਸਟੇਟਮੈਂਟ ਦੇ ਵਿੱਚ ਕੀ ਆ, ਪਹਿਲਾਂ ਕੀ ਆ, ਦੀ ਸਮ ਆਫ ਟੂ ਪੋਜ਼ੀਟਿਵ ਇੰਟੀਜ਼ਰ ਮਲਟੀਪਲ ਬਾਏ ਬਿਗਰ ਨੰਬਰ, ਉਹ ਕਿਹਦੇ ਬਰਾਬਰ ਆ ਜਾਂਦਾ 121 ਦੇ। ਦੋ ਰਕਮ ਆਪਾਂ ਮੰਨਦੇ ਹਾਂ A + B ਮਲਟੀਪਲਾਈ ਹਾਈਐਸਟ ਨੰਬਰ ਨਾਲ ਅਗਰ ਮਲਟੀਪਲਾਈ ਕਰਦੇ ਹਾਂ ਤਾਂ ਉਹ ਕੀ ਬਣ ਜਾਂਦਾ ਇੰਨਾ, ਕਲੀਅਰ। ਸੈਕਿੰਡ ਸਟੇਟਮੈਂਟ ਕੀ ਕਹਿੰਦੇ ਹੈਗੇ, ਅਤੇ ਉਹਨਾਂ ਦਾ ਜਿਹੜਾ ਡਿਫਰੈਂਸ ਆ ਉਹਨੂੰ ਅਗਰ ਸਮੋਲੈਸਟ ਨੰਬਰ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਕੀ ਆ ਜਾਂਦਾ 36। ਉਹੀ ਰਕਮਾਂ ਨੂੰ ਅਗਰ ਮਾਈਨਸ ਕਰਦੇ ਹਾਂ ਅਤੇ ਸਮੋਲੈਸਟ ਉਹਦੇ ਨਾਲ ਕੀ ਕਹਿੰਦੇ ਹੁੰਦੇ ਆ ਰਕਮ ਨਾਲ, ਸਮੋਲੈਸਟ ਨੰਬਰ ਨੂੰ ਆਪਾਂ B ਮੰਨ ਲਿਆ ਤਾਂ ਉਹ ਆਉਂਦਾ 36, ਕਲੀਅਰ। ਹੁਣ ਆਪਾਂ ਸਿੰਪਲ ਕੁਛ ਕਰਨ ਦੀ ਲੋੜ ਨਹੀਂ, ਆਪਾਂ ਆਪਸ਼ਨ ਨੂੰ ਹੀ ਪੁੱਟ ਕਰਕੇ ਦੇਖ ਲੈਂਦੇ ਹਾਂ, ਠੀਕ ਹੈ। ਸਿੱਧਾ ਆਂਸਰ ਆ ਜਾਊ ਆਪਣਾ 30 ਨਾਲ 1 40 ਨਾਲ। ਹੁਣ ਇਹਦੇ ਵਿੱਚ ਆਪਾਂ ਭਰ ਕੇ ਦੇਖਦੇ ਹਾਂ, ਫਸਟ ਵਾਲੀ 'ਚ ਅਗਰ ਸੈਟਿਸਫਾਈ ਕਰਦਾ 17 × 13 = ਦੇਖਦੇ ਹਾਂ ਇਹ ਇਕੁਅਲ ਆਉਂਦਾ ਜਾਂ ਨਹੀਂ ਆਉਂਦਾ। ਇਹਨੂੰ ਬਸ ਮਲਟੀਪਲਾਈ ਕਰਕੇ ਦੇਖ ਲਓ। ਠੀਕ ਹੈ, ਤਾਂ ਆਪਣੀ ਜਿਹੜਾ ਫਸਟ ਕੰਡੀਸ਼ਨ ਕੀ ਆ ਆਪਣੀ ਕੀ ਆ ਸੈਟਿਸਫਾਈ ਹੋ ਗਈ, ਅਤੇ 2021 = 2021 ਹੋ ਗਿਆ, ਠੀਕ ਹੈ। ਹੁਣ ਇਹਨਾਂ ਦਾ ਮਾਈਨਸ ਕਰਕੇ ਦੇਖਦੇ ਹਾਂ ਫਿਰ ਉਹ ਇਕੁਅਲ ਹੁੰਦੇ ਆ ਜਾਂ ਨਹੀਂ। ਹੁਣ ਆਪਾਂ ਇੱਥੇ ਮਾਈਨਸ ਕਰਕੇ ਦੇਖਦੇ ਹਾਂ 13 ਦੇ ਵਿੱਚੋਂ 4 ਮਾਈਨਸ ਕਰਕੇ 4 = 36। ਇੱਥੇ ਕਿੰਨਾ ਆ ਗਿਆ ਹੈ, ਠੀਕ ਹੈ, 9 ਆ ਗਿਆ × 4, ਤਾਂ ਆ ਗਿਆ 36/36, ਮਤਲਬ ਆਪਣੀ ਪਹਿਲਾ ਹੀ ਜੋ ਆਂਸਰ ਆ ਉਹ ਆਪਾਂ ਨੂੰ ਸੈਟਿਸਫਾਈ ਕਰਨ ਦਾ ਮਤਲਬ ਦੋਨੋਂ ਕੰਡੀਸ਼ਨਸ ਟਰੂ ਹੋ ਗਈਆਂ, ਤਾਂ ਆਂਸਰ ਕੀ ਆ ਜਾਏਗਾ ਜੀ 13 ਐਂਡ 14। ਬਾਕੀ ਚੈੱਕ ਕਰਨ ਦੀ ਲੋੜ ਹੀ ਨਹੀਂ। ਨੈਕਸਟ ਆਪਣੇ ਕੋਲ ਹੈਗਾ 60 ਕੁਐਸਚਨ। ਕਹਿੰਦੇ these statements are given below, you are required to find out which of the given statement is ਜੋ ਸਫੀਸ਼ੀਐਂਟ ਹੈਗਾ। ਫਸਟ ਕੀ ਕਹਿੰਦੇ ਹੈਗੇ, ਆਪਾਂ ਇੱਥੋਂ ਦੇਖਦੇ ਹਾਂ ਕਿ ਹਰੇਕ ਜਿਹੜਾ ਹਫਤਾ ਗਾ ਉਹ ਕੀ ਹੈਗਾ ਸ਼ੁਰੂ ਹੁੰਦਾ ਗਾ ਅੰਕਿਤਾ ਕਿਸ ਦਿਨ 'ਚ ਨਹੀਂ ਗਈ, ਠੀਕ ਹੈ। ਹੁਣ ਅੰਕਿਤਾ ਨੇ ਬੁੱਧਵਾਰ ਨੂੰ ਛੁੱਟੀ ਲਈ, ਠੀਕ ਹੈ। ਜਿਸ ਦਿਨ ਉਸਦੀ ਮਾਂ ਅਤੇ ਉਸ ਦੇ ਘਰ ਆਈ ਉਸ ਦਿਨ ਅੰਕਿਤਾ ਕੀ ਆ ਚਲੀ ਗਈ, ਚੇਨਈ ਚਲੀ ਗਈ, ਠੀਕ ਹੈ। ਅੰਕਿਤਾ ਦੀ ਮਾਂ ਨਾ ਤਾਂ ਸੋਮਵਾਰ ਨੂੰ ਗਈ ਹੈ ਨਾ ਸ਼ੁੱਕਰਵਾਰ ਨੂੰ। ਹੁਣ ਹਫਤੇ ਦੇ 2 ਦਿਨ ਤਾਂ ਕੱਟੇ ਗਏ, ਨਾ ਸੋਮਵਾਰ ਨਾ ਸ਼ੁੱਕਰਵਾਰ, ਠੀਕ ਹੈ। ਅਤੇ ਬਟ ਆਪਾਂ ਨੂੰ ਹਾਲੇ ਵੀ ਕਨਫਰਮ ਨਹੀਂ ਹੋਇਆ ਹੈਗਾ ਕਿ ਉਹ ਕਿਸ ਦਿਨ ਗਈ। ਬੁੱਧਵਾਰ ਦੀ ਛੁੱਟੀ ਲਈ, ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਬੁੱਧਵਾਰ ਦੀ ਛੁੱਟੀ ਲੈ ਕੇ ਉਹ ਗਈ ਆ ਜਾਂ ਨਹੀਂ, ਠੀਕ ਹੈ। ਸੋ ਇਹਦਾ ਆਨਸਰ ਕੀ ਕਰਨਾ ਸੀਗਾ 2/ ਜਿਹੜਾ 3 ਪਾਰਟ ਸੀਗਾ ਉਹਨੂੰ ਕਿੰਨੇ 'ਚ ਵੇਚਤਾ, ਉਹ ਵੇਚਤਾ ਉਹਨੇ 20% ਦੇ ਅਕੋਰਡਿੰਗ, ਹੈ ਨਾ। ਅਤੇ ਜਿਹੜਾ ਬਾਕੀ ਰਿਮੇਨਿੰਗ ਪਾਰਟ ਸੀ 1/3 ਪਾਰਟ ਜਿਹੜਾ ਸੀਗਾ ਉਹ ਕਿੰਨੇ 'ਚ ਵੇਚਿਆ ਉਹਨੇ 14% ਦੇ ਵਿੱਚ, ਠੀਕ ਹੈ। ਤਾਂ ਸਿੰਪਲ ਆਪਾਂ ਨੇ ਇਹਨੂੰ ਕੀ ਕਰਨਾ ਕੈਲਕੂਲੇਟ ਕਰਨਾ ਅਤੇ ਆਪਣਾ ਆਨਸਰ ਆ ਜਾਏਗਾ, ਠੀਕ ਹੈ। ਤਾਂ ਫਸਟ ਕੀ ਆ ਜਾਏਗਾ 2/3 × ਤਾਂ ਆਪਾਂ ਐਵੇਂ ਕਰ ਸਕਦੇ ਹਾਂ 2.20 ਨਾਲ ਮਲਟੀਪਲਾਈ ਕਰਤਾ ਤਾਂ ਕੱਟ ਆ ਕੇ ਆਪਣੇ ਕੋਲ ਆਨਸਰ ਆ ਜਾਊਗਾ 0.3 ਸੀ, ਮਤਲਬ ਬਾਈ 3, ਠੀਕ ਹੈ। ਅਤੇ ਜਿਹੜਾ ਬਾਕੀ ਰਿਮੇਨਿੰਗ ਸੀਗਾ, ਠੀਕ ਹੈ, ਬਾਕੀ ਜਿਹੜਾ ਰਿਮੇਨਿੰਗ ਸੀ ਉਹਨੂੰ ਆਪਾਂ ਐਵੇਂ ਲਿਖ ਸਕਦੇ ਹਾਂ, ਠੀਕ ਹੈ। ਠੀਕ ਹੈ, ਆ ਦੋ ਆ ਗਏ ਦੋਨਾਂ ਦਾ ਪਲੱਸ ਕਰਕੇ, ਕਿਉਂਕਿ ਆਪਾਂ ਨੂੰ ਪੁੱਛਿਆ ਕਿ ਉਹਨਾਂ ਨੇ ਪ੍ਰੋਫਿਟ ਹੀ ਪੁੱਛਿਆ ਕਿੰਨੇ % ਹੋਇਆ ਓਵਰਆਲ, ਹੈ ਨਾ। ਤਾਂ ਆਪਾਂ ਕੀ ਆ ਜਿਹੜਾ ਗੇਨ ਹੋਇਆ ਪ੍ਰੋਫਿਟ ਆ ਉਹਨੂੰ ਕੀ ਆ ਬਸ ਪਲੱਸ ਕਰ ਦਿਓ, ਤਾਂ ਕੀ ਆ ਗਿਆ ਆਹ ਕੱਟ ਕੇ ਆਨਸਰ ਕਿੰਨਾ ਆ ਜਾਏਗਾ 18%, ਸਿੰਪਲ। ਨੈਕਸਟ ਆਪਣੇ ਕੋਲ ਕੁਐਸਚਨ ਆਪਾਂ ਨੂੰ ਆਹ ਡਾਇਗਰਾਮ ਦਿੱਤੀ ਹੋਈ ਹੈ, ਠੀਕ ਹੈ।
2003 ਦੇ ਵਿੱਚ ਰਾਜਾਂ ਦੀ ਆਬਾਦੀ ਦੇ ਨਾਲ ਵੱਖ-ਵੱਖ ਰਾਜਾਂ ਦੇ ਅੰਕੜੇ, ਠੀਕ ਹੈ। ਆ ਪੰਜਾਬ ਦੇ ਨਹੀਂ, ਮਤਲਬ ਅਲੱਗ-ਅਲੱਗ ਜਗ੍ਹਾ 'ਤੇ ਡਾਇਗਰਾਮ ਬਣਾਈ ਹੋਈ ਆ, ਠੀਕ ਹੈ, ਆਪਾਂ ਨੂੰ ਦਿੱਤੀ ਹੋਈ ਆ, ਅਤੇ ਇਹਦੇ ਅਕੋਰਡਿੰਗ ਆਪਾਂ ਨੇ ਕੀ ਆ ਫਾਈਂਡ ਆਊਟ ਕਰਨੀ ਆ ਆਂਸਰ। ਸੋ ਹੇਅਰ ਯੂ ਕੈਨ ਸੀ ਅ ਟੇਬਲ, ਠੀਕ ਹੈ, ਟੇਬਲ ਦੇਖ ਸਕਦੇ ਹੋ ਤੁਸੀਂ, ਠੀਕ ਹੈ। ਅਸਾਮ, ਮਨੀਪੁਰ, ਇੱਥੇ ਮੇਲ ਆ, ਇੱਥੇ ਫੀਮੇਲ ਆ, ਇੱਥੇ ਪੜ੍ਹੇ ਲਿਖੇ ਆ ਅਤੇ ਅਨਪੜ੍ਹ ਦੀ ਆ। ਆਪਾਂ ਨੂੰ ਜਿਹੜਾ ਸਭ ਤੋਂ ਫਸਟ ਕੁਐਸਚਨ ਪੁੱਛਿਆ ਫਿਰ ਉਹਦੇ ਅਕੋਰਡਿੰਗ ਹੀ ਆਪਾਂ ਕਰਾਂਗੇ, ਠੀਕ ਹੈ। ਸੋ ਨੈਕਸਟ ਕੁਐਸਚਨ ਦੇਖਦੇ ਆਪਾਂ। ਸੋ ਆਪਾਂ ਨੇ ਫਸਟ ਆਪਣੇ ਕੁਐਸਚਨ ਕੀ ਪੁੱਛਿਆ, ਕਹਿੰਦੇ ਦੀ ਰੇਸ਼ੀਓ ਆਫ ਦਾ ਨੰਬਰ ਆਫ ਦਾ ਫੀਮੇਲ ਇਨ ਤ੍ਰਿਪੁਰਾ ਟੂ ਦਾ ਨੰਬਰ ਆਫ ਦਾ ਫੀਮੇਲ ਇਨ ਹਰਿਆਣਾ, ਠੀਕ ਹੈ। ਸੋ ਇਹਨੂੰ ਸੋਲਵ ਕਰਦੇ ਹਾਂ। ਤਾਂ ਪਹਿਲਾਂ ਆਬਾਦੀ ਦੇਖਦੇ ਹਾਂ ਕਿ ਕਿੰਨੀ ਆ ਟੋਟਲ ਆਬਾਦੀ। ਆਪਾਂ ਨੂੰ ਟੋਟਲ ਆਬਾਦੀ ਕਿੰਨੀ ਦਿੱਤੀ ਹੋਈ ਆ, 32760000, ਠੀਕ ਹੈ। ਤਾਂ ਹੁਣ ਆਪਾਂ ਪਹਿਲਾਂ ਫਾਈਂਡ ਆਊਟ ਕਰਦੇ ਹਾਂ ਤ੍ਰਿਪੁਰਾ। ਤ੍ਰਿਪੁਰਾ ਦੇਖੋ ਆ ਪਿਆ, ਠੀਕ ਹੈ, ਕਿੰਨੀ ਹੈਗੀ, 3 ਮੇਲ ਆ ਅਤੇ 4 ਕੀ ਹੈਗੀ ਫੀਮੇਲ ਆ, ਹੈ ਨਾ। ਅਤੇ ਇਹਦੇ ਵਿੱਚ ਆਪਾਂ ਪਹਿਲਾਂ ਤ੍ਰਿਪੁਰਾ ਦੇ ਵਿੱਚ ਕਿੰਨੇ ਪਰਸੈਂਟ ਆ, 9% ਆ, ਠੀਕ ਹੈ। ਪਹਿਲਾਂ 9% ਨੂੰ ਲਿਖੋ, ਇਹਨੂੰ ਐਵੇਂ ਲਿਖ ਦਈਏ ਆਪਾਂ, 9% ਨੂੰ 9/100 ਲਿਖ ਦਈਏ ਇੰਟੂ। ਹੁਣ 3 ਮੇਲ ਆ 4 ਫੀਮੇਲ ਆ, ਮਤਲਬ ਆਪਾਂ ਨੂੰ ਕਿਹਦੀ ਪੁੱਛਿਆ, ਵੈਸੇ ਇੱਥੇ ਫੀਮੇਲ ਦੀ ਪੁੱਛੀ ਆ, ਤਾਂ ਟੋਟਲ 7 ਹੋ ਗਏ, 3 + 4 7 ਹੋ ਗਏ। 7 ਦੇ ਵਿੱਚੋਂ ਆਪਾਂ ਕਿਹਦੀ ਫਾਈਂਡ ਆਊਟ ਕਰਨੀ ਹੈ, ਇਕੱਲੀ ਫੀਮੇਲ ਪਤਾ ਕਰਨੀ ਆ, ਤਾਂ ਐਵੇਂ ਲਿਖਦੀ ਆਪਾਂ ਰੇਸ਼ੋ। ਟੋਟਲ ਆਬਾਦੀ ਕਿੰਨੀ ਆ, ਠੀਕ ਹੈ। ਹੁਣ ਆਪਾਂ ਕਿਹਦੀ ਪੁੱਛਿਆ, ਆਪਾਂ ਨੂੰ ਹਰਿਆਣੇ ਦੀ। ਹਰਿਆਣੇ ਦੇ ਪਹਿਲਾਂ ਦੇਖਦੇ ਕਿ ਕਿੰਨੇ ਪਰਸੈਂਟ ਆਪਾਂ ਨੂੰ ਗਿਵਨ, ਆਪਾਂ ਨੂੰ ਕਿੰਨੇ ਪਰਸੈਂਟ ਗਿਵਨ, 8%। ਤਾਂ 8% ਨੂੰ ਆਪਾਂ ਐਵੇਂ ਲਿਖ ਸਕਦੇ ਹਾਂ, ਸੌਰੀ 8% ਨੂੰ ਆਪਾਂ ਐਵੇਂ ਲਿਖ ਸਕਦੇ ਹਾਂ, ਠੀਕ ਹੈ। ਅਤੇ ਟੋਟਲ ਕਿੰਨੇ ਆ, 2 ਮਰਦ ਆ ਅਤੇ 3 ਕੀ ਹੈਗੇ ਔਰਤਾਂ, ਮਤਲਬ 5 ਦੇ ਵਿੱਚੋਂ ਕੀ ਆ 3, ਠੀਕ ਹੈ। ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ। ਆ ਤਾਂ ਇਹਦੇ ਨਾਲ ਕੱਟਿਆ ਗਿਆ, ਆ ਇਹਦੇ ਨਾਲ ਕੱਟਿਆ ਗਿਆ, ਠੀਕ ਹੈ। 3 ਇਹਦੇ ਨਾਲ ਕੱਟਿਆ ਗਿਆ, ਠੀਕ ਹੈ। ਆ ਇਹਦੇ ਨਾਲ ਕੱਟਿਆ ਗਿਆ, ਠੀਕ ਹੈ। ਇਹਨੂੰ ਇੱਥੇ ਕੀਤਾ 14 ਅਤੇ ਇੱਧਰ ਕੀਤਾ ਕਿੰਨਾ ਆ ਜਾਊਗਾ ਇਹ 15/14, ਤਾਂ ਇਹਦਾ ਆਨਸਰ ਕੀ ਆ ਜਾਣਾ ਸੀਗਾ, B ਆਨਸਰ। ਹੁਣ 65 ਕੁਐਸਚਨ ਦੇਖਦੇ ਹਾਂ। 64 ਕੁਐਸਚਨ ਸੀਗਾ। 5 ਕੁਐਸਚਨ ਦੇ ਵਿੱਚ ਕੀ ਕਹਿੰਦੇ ਆ, ਕਹਿੰਦੇ ਫਾਈਂਡ ਦੀ ਪਰਸੈਂਟੇਜ ਫਾਈਂਡ ਆਊਟ ਕਰਨੀ ਆ ਮੇਲ ਯੂਪੀ ਦੇ ਵਿੱਚ, ਮਨੀਪੁਰ ਦੇ ਵਿੱਚ ਅਤੇ ਗੋਆ ਦੇ ਵਿੱਚ, ਜਦੋਂ ਸਾਰਿਆਂ ਨੂੰ ਆਪਾਂ ਇਕੱਠਾ ਕਰ ਲੈਂਦੇ ਹੈਗੇ, ਠੀਕ ਹੈ। ਤਾਂ ਪਹਿਲਾਂ ਆਪਾਂ ਦੇਖਦੇ ਹਾਂਗੇ ਯੂਪੀ ਦੇ ਵਿੱਚ ਕਿੰਨੇ ਪਰਸੈਂਟੇਜ ਆ, 15% ਆ। ਪਹਿਲਾਂ 15% ਲਿਖ ਲੈਂਦੇ ਆਪਾਂ, 15% ਆ, ਠੀਕ ਹੈ। ਮਲਟੀਪਲਾਈ ਯੂਪੀ ਦੇ ਵਿੱਚ ਮੇਲ ਕਿੰਨੇ ਹੈਗੇ, 3 ਆ। ਟੋਟਲ ਕਾਊਂਟਿੰਗ ਕਿੰਨੀ ਆ, 3 ਦੇ ਵਿੱਚੋਂ 5 ਹੈ ਨਾ, 5 ਦੇ ਵਿੱਚੋਂ ਕਿੰਨੇ ਮੇਲ ਆ ਗਏ, 3, ਠੀਕ ਹੈ। ਤਾਂ ਆ ਕਿੰਨਾ ਆ ਗਿਆ, 9%, ਇੱਕ ਹੋ ਗਿਆ। ਹੁਣ ਦੂਸਰਾ ਆਪਾਂ ਨੂੰ ਕਿਹਦਾ ਪੁੱਛਿਆ ਗਿਆ, ਮਨੀਪੁਰ ਦਾ ਪੁੱਛਿਆ। ਮਨੀਪੁਰ ਦੀ ਪਹਿਲਾਂ ਆਬਾਦੀ ਦੇਖਦੇ ਹਾਂ ਕਿੰਨੇ ਪਰਸੈਂਟ ਆ ਗਏ, 20%। ਤਾਂ ਇਹਨੂੰ ਆਪਾਂ ਐਵੇਂ ਲਿਖ ਦਈਏ 20। ਮਨੀਪੁਰ 3 + 1 4, 4 ਦੇ ਵਿੱਚੋਂ ਕਿੰਨੇ ਆ ਗਏ, 3, ਠੀਕ ਹੈ। 5 ਤਾਂ ਕੀ ਆ ਗਏ 15%। ਦੈਨ ਥਰਡ ਆਪਾਂ ਨੂੰ ਕਿਹਦਾ ਪੁੱਛਿਆ ਗਾ, ਗੋਆ ਦਾ ਪੁੱਛਿਆ। ਪਹਿਲਾਂ ਗੋਆ ਦੀ ਦੇਖਦੇ ਆਪਾਂ ਕਿੰਨੀ ਆ, ਗੋਆ ਹੈਗੀ ਆ 12%। ਤਾਂ 12 ਲਿਖ ਦਈਏ ਇੰਟੂ, ਗੋਆ ਦੇ ਵਿੱਚ 8 ਦੇ ਵਿੱਚੋਂ ਕਿੰਨੇ ਹੈਗੇ, 3 ਬੰਦੇ ਆ, ਠੀਕ ਹੈ। ਤਾਂ ਇਹ 2 3 9/2 ਆ ਗਈ, ਤਾਂ 4.5% ਆ ਗਈ। ਆਪਾਂ ਨੂੰ ਪੁੱਛਿਆ ਕਿ ਕੁਐਸਚਨ ਦੇ ਵਿੱਚ ਸਾਰਿਆਂ ਨੂੰ ਟੂਗੈਦਰ ਕਰਕੇ ਤਾਂ ਦੇਖਣੀ ਆ ਪਾਪੂਲੇਸ਼ਨ ਕਿੰਨੀ ਆ, ਸਾਰਿਆਂ ਨੂੰ ਆਪਾਂ ਕੀ ਕਰ ਦਾਂਗੇ, ਪਲੱਸ ਕਰ ਦਾਂਗੇ। ਤਾਂ ਆਨਸਰ ਕਿੰਨਾ ਆ ਜਾਊਗਾ, 28.5। ਤਾਂ ਆਨਸਰ ਇਹਦਾ ਆ ਜਾਊਗਾ A। ਦੈਨ ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ 66 ਕੁਐਸਚਨ। 66 ਕੁਐਸਚਨ ਨੂੰ ਸੋਲਵ ਕਰਦੇ ਹਾਂ। 66 ਕੁਐਸਚਨ ਦੇ ਵਿੱਚ ਕੀ ਕਹਿੰਦੇ ਆ, ਕਹਿੰਦੇ 2003 ਦੇ ਵਿੱਚ ਜਿਹੜੀ ਆਬਾਦੀ ਸੀਗੀ ਇਨਕਰੀਜ਼ ਹੋਈ 10%, ਕਿਹਦੀ, ਯੂਪੀ ਦੀ ਸਾਈਡ ਦੀ। ਫਿਰ 12% ਹੋਰ ਪਾਪੂਲੇਸ਼ਨ ਇਨਕਰੀਜ਼ ਹੋਈ ਕਿੱਥੇ, ਮਨੀਪੁਰ ਦੀ, ਠੀਕ ਹੈ। ਤਾਂ ਆਪਾਂ ਨੂੰ ਕੀ ਪੁੱਛਿਆ ਗਾ ਕਿ ਪਿਛਲੇ ਸਾਲ ਦੇ ਮੁਕਾਬਲੇ ਇੰਨੇ ਪਰਸੈਂਟ ਵਾਧਾ ਹੋਇਆ ਅਤੇ ਯੂਪੀ ਦੇ ਵਿੱਚ ਇੰਨੇ ਆਪਾਂ ਨੇ ਜਸਟ ਦੋਨਾਂ ਦੀ ਆਬਾਦੀ ਦਾ ਅਨੁਪਾਤ ਪਤਾ ਕਰਨਾ, ਠੀਕ ਹੈ। ਤਾਂ ਇਹ ਕਿਵੇਂ ਫਾਈਂਡ ਆਊਟ ਹੋਊਗਾ, ਤਾਂ ਜਿਹੜੀ ਆਪਾਂ ਪਹਿਲਾਂ ਦੇਖਦੇ ਆਂਗੇ ਕਿ ਕਿੰਨੀ ਆਬਾਦੀ
हैगी आ किहदी पुछया आपां नूं, मणिपुर दी पुछया है ना। मणिपुर ते होर यूपी दी। यूपी दी देखो आप किन्ने परसेंट सीगी, आपां नूं 15%, तो आपां 15 नूं एवें लिख लीए 15% नूं, ठीक है। फिर यूपी दे विच किन्ने परसेंट वाधा होया, आपां नूं इन्हां ने कहा 10% इनक्रीज़ हुई है, ठीक है। तो आप इनू एवें लिख सकते हैं 10%, 100% दे विच 10% होर इनक्रीज़ हो गया अनुपात। मणिपुर का आपने पढ़िया सीगा कि 20% इनक्रीज़ हुई, 20% में आप एवें लिख दीए तो वाधा कितना होया उहदे विच 100 मतलब 12%, तो आप इनू एवें लिख सकते हैं, ठीक है। हुण की है कटिंग कर दो, ये कट गया 3 ते 4 ते, ठीक है। ये कटिया गया 50 ते 4, ठीक है। तो मल्टीप्लाई करके कितना आ जाऊगा 42 अनुपात 55, ठीक है। तो हाँ ਇਹਦਾ आंसर की आ जाएगा लास्ट डी आंसर सही है, ठीक है। दैन 67 क्वेश्चन आप देखते हैं। 67 क्वेश्चन के की पूछते आपां नूं कि मेल की नंबर ऑफ मेल दसने यूपी के 2003 के किन्नी सीगी, ठीक है। टोटल आबादी आपां नूं पता किन्नी सीगी, इन्नी आपां नूं गिवन आ, ठीक है। इन्नी आपां नूं गिवन सीगी। तो मेल फाइंड आउट करन नूं कहा किन्ने परसेंट इनक्रीज़ हुई है यूपी की 15% अपने पीछे बढ़ी है, ठीक है। मेल अपने फाइंड आउट करने यूपी के 3 + 2 5 5 3 मेल आ, ठीक है। ये आ गया, ठीक है जी, ठीक है। सो इनू कट कटा के, ठीक है, कितना आंसर आ जाऊगा 929484 मतलब यदा जो आंसर आएगा वो की आ जाऊगा डी आंसर, ठीक है, ठीक है। दैन 68 क्वेश्चन आप देखते हैं। 68 क्वेश्चन के कहा आपां फाइंड आउट द टोटल लिटरेट जोड़े पढ़े लिखे ने गे आसाम तो मणिपुर के फाइंड आउट करन नूं कहा, ठीक है। तो वह किवें करांगे, फिर सेम वही टोटल आबादी आपां नूं पता, ठीक है। किहदा पूछे आसाम, आसाम किन्ने परसेंट है इत्थे, आसाम 25%, तो 25% नूं आपां इवें लिख सकते हैं, ठीक है। लिटरेसी रेट अपने फाइंड आउट करना 2 + 7 है ना। अपन पढ़े लिखे का पूछे है, पहला अपन टोटल किन्ने आ जू 9 पढ़े लिखे किन्ने उहदे विचों सिर्फ 2 ने गे, तो 2 आ जाऊगा। सो इनू कट करके, ठीक है, कैलकुलेशन करके अपने को आंसर आ जाऊगा 637000। सेम केस की अपन होर किहदा पूछा, मणिपुर का पूछा। टोटल आबादी अपन पता किन्नी हैगी अपने को, ठीक है। तो ये मणिपुर किन्ना इनक्रीज़ होया सी, मणिपुर अपने पिछे पढ़िया सीगा 20% इनक्रीज़ होया, तो इनू आप एवें लिख सकते हैं, ठीक है। मणिपुर 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 4 + 1 5 5 दे विच पढ़े लिखे किन्ने हैगे, ओके, ठीक है। तो यह भी कट के किन्ना आ जाऊगा 524100, क्योंकि अपन दोनों का टोटल नंबर पूछा तो दोनों की प्लस कर दोगे, यह तो यदा प्लस करके आंसर कितना आ जाऊगा 116160। एक ही आंसर मतलब एक ही है राइट आंसर हो जाऊगा, ठीक है। नैक्सट है अपने को 69 क्वेश्चन। सखी कहते हेठ लिखे शब्दों 4 दिते हुए हैं तो वो एक सेम नहीं हैगा, ठीक है। तो की नहीं सेम हैगा, तो ये जो पत्थर वो नहीं सेम हैगा। सैलूलोज कागज़ हो गया, लैटस हो गया, इको ही कैटेगरी के होंगे। नैक्सट अपन पूछा चूज़ करना नंबर, ये ऑड केड़ा वा, ठीक है। नैक्सट क्वेश्चन की है फाइंड आउट करना, ये ऑड 1 फाइंड आउट करना। हुण 6 ते 6 एक ही परफेक्ट स्क्वेयर आ, 11 ते 81 ये भी क्या परफेक्ट स्क्वेयर है, 8 ते 36 ये भी क्या परफेक्ट स्क्वेयर है। तो यह जो आंसर आ जाना सी वो की आ जाना सी आंसर आ जाना सीगा, ठीक है। सो नैक्सट क्वेश्चन है अपने को 31 का फाइंड आउट करना गा, कि फाइंड आउट करना
ਆਪਾਂ ਨੇ ਜਸਟ ਮੈਚ ਕਰਨਾ ਇਹਦੇ ਨਾਲ। ਤਾੜਨਾ ਦਾ ਕੀ ਆ ਗਿਆ, ਨਸੀਹਤ ਆ ਗਿਆ। ਠੀਕ ਹੈ, ਠੀਕ ਹੈ। सो निंदिया घुसपैठ, ताड़ना अगर नसीहत देना तो घुसपैठिया नूं कि इहदा आंसर की आ जाना सीगा, सी आ जाना सीगा, सम्मान। नैक्सट अपने को क्वेश्चन हैगे आगे, अपने को आह फॉर्मेट दिता होया। ठीक है, डिजिट दिते हुए, कोड दिता होया, बट नाल दो कंडीशनस नहीं है कि जेकर पहला अते आखिरी डिजिट बराबर हैं तो दोनों नूं पहले डिजिट लई कोड द्वारा कोडबंद किया जाना चाहिए। जेकर पहले ਅਤੇ आखिरी डिजिट ਵੱਖਰੇ ਹਨ ਤਾਂ ਦੋਨਾਂ ਨੂੰ आखिरी डिजिट ਲਈ ਕੋਡ ਦੁਆਰਾ ਕੋਡ ਕੀਤਾ ਜਾਣਾ ਚਾਹੀਦਾ। ਸੋ ਇਹਦੇ ਵਿੱਚ ਆਪਾਂ ਨੂੰ ਦੋ ਕੰਡੀਸ਼ਨਸ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਗਿਵਨ ਹੈਗੀਆਂ। ਠੀਕ ਹੈ, ਤਾਂ ਉਹਦੇ ਅਕੋਰਡਿੰਗ ਆਪਾਂ ਨੇ ਕਰਨਾ। ਕਹਿੰਦੇ ਜੇਕਰ ਪਹਿਲਾ ਅਤੇ ਆਖਰੀ ਡਿਜਿਟ ਬਰਾਬਰ ਮਤਲਬ ਈਵਨ ਹੋਣਗੇ। ਠੀਕ ਹੈ, ਈਵਨ ਹੋਣਗੇ ਤਾਂ ਉਹਨਾਂ ਨੂੰ ਬੋਥ ਨੂੰ ਕੋਡਿਟ ਕੀਤਾ ਜਾਊਗਾ ਜਿੱਦਾਂ ਕਿ ਫਸਟ ਡਿਜਿਟ ਹੋਏਗਾ। ਫਸਟ ਅਤੇ ਲਾਸਟ ਜਿਹੜਾ ਫਸਟ ਡਿਜਿਟ ਹੋਊਗਾ ਉਹਦੇ ਅਕੋਰਡਿੰਗ ਲਿਖਣਾ। ਅਗਰ ਔਡ ਹੋਏਗੇ ਤਬ ਵੀ ਕੀ ਆ, ਫਸਟ ਅਤੇ ਲਾਸਟ ਡਿਜਿਟ ਦੇ ਅਕੋਰਡਿੰਗ ਹੀ ਲਿਖਣਾ। ਠੀਕ ਹੈ, ਜਿੱਦਾਂ ਕਿ ਆਪਣਾ ਫਸਟ ਕੁਐਸਚਨ ਹੈ 63514। ਹੁਣ ਇਹਦਾ ਫਸਟ ਡਿਜਿਟ ਕੀ ਹੈਗਾ, ਈਵਨ ਆ ਅਤੇ ਲਾਸਟ ਡਿਜਿਟ ਵੀ ਈਵਨ ਆ। ਤਾਂ ਈਵਨ ਵਾਲੀ ਕੰਡੀਸ਼ਨ ਅਪਲਾਈ ਕਰਦੇ ਹੋਏ ਆਪਾਂ ਨੂੰ ਕੀ ਕਿਹਾ ਹੈਗਾ ਕਿ ਡਿਜਿਟ ਦਾ ਜਿਹੜਾ ਫਸਟ ਕੋਡ ਉਪਲਬਧ ਹੋਏਗਾ ਤਾਂ ਉਹਦੇ ਅਕੋਰਡਿੰਗ ਹੀ ਚੱਲੂਗਾ। ਠੀਕ ਹੈ, ਹੁਣ ਫਸਟ ਕੋਡ ਕੀ ਹੈ, ਐਮ ਆ। ਤਾਂ ਅਗਰ ਫਸਟ 'ਤੇ ਐਮ ਆ ਤਾਂ ਲਾਸਟ 'ਤੇ ਵੀ ਕੀ ਹੋਊਗਾ, ਐਮ ਹੋਣਾ ਚਾਹੀਦਾ। ਠੀਕ ਹੈ, ਤਾਂ ਫਸਟ ਅਤੇ ਲਾਸਟ 'ਤੇ ਐਮ ਕੀ ਚਾਹੁੰਦਾ ਗਾ, ਇਹ 'ਤੇ। ਤਾਂ ਆਨਸਰ ਕੀ ਆ ਜਾਣਾ ਸੀ ਇਹਦਾ, ਸੀ। ਨੈਕਸਟ ਕੁਐਸਚਨ ਕੀ ਆ, ਮੂਰੇ ਫਸਟ ਡਿਜਿਟ ਵੀ ਔਡ ਆ, ਲਾਸਟ ਡਿਜਿਟ ਵੀ ਔਡ ਆ। ਤਾਂ ਔਡ ਦੇ ਅਕੋਰਡਿੰਗ ਆਪਾਂ ਚੱਲਾਂਗੇ ਕਿ ਫਸਟ ਅਤੇ ਆਖਰੀ ਡਿਜਿਟ ਨੂੰ ਉਹਦੇ ਅਕੋਰਡਿੰਗ ਚੱਲਣਾ ਪੈਣਾ। ਫਸਟ ਕੀ ਆਪਣੇ ਕੋਲ 7 ਆ, 7 ਆਪਣੇ ਕੋਲ ਕੀ ਆ, ਡੀ। ਮਤਲਬ ਅਗਰ ਸਟਾਰਟਿੰਗ ਡੀ ਤੋਂ ਹੋਇਆ ਤਾਂ ਲਾਸਟ ਵੀ ਕੀ ਤੋਂ ਹੋਣਾ ਚਾਹੀਦਾ, ਡੀ। ਨਹੀਂ, ਡੀ ਤੋਂ ਨਹੀਂ ਸਟਾਰਟ ਹੋ ਰਿਹਾ, ਡੀ ਤੋਂ ਸਟਾਰਟ ਹੋ ਰਿਹਾ, ਡੀ ਤੋਂ ਸਟਾਰਟ ਹੋ ਰਿਹਾ। ਤਾਂ ਆਨਸਰ ਕੀ ਆ ਜਾਣਾ ਇਹਦਾ, ਬੀ। ਲਾਸਟ ਕੁਐਸਚਨ ਕੀ ਆ, ਇਹਦਾ ਫਸਟ ਡਿਜਿਟ ਕੀ ਆ, ਈਵਨ ਆ, ਅਤੇ ਲਾਸਟ ਡਿਜਿਟ ਕੀ ਆ, ਔਡ। ਜੋ ਕਿ ਦੋਨੋਂ ਹੀ ਕੰਡੀਸ਼ਨ ਜੋ ਆਪਾਂ ਨੂੰ ਗਿਵਨ ਆ ਉਹਦੇ ਅਕੋਰਡਿੰਗ ਨਹੀਂ। ਤਾਂ ਇਹਨੂੰ ਆਪਾਂ ਕੀ ਕਰਾਂਗੇ, ਜੋ ਗਿਵਨ ਆਪਾਂ ਨੂੰ ਰਕਮ ਦਿੱਤੀ ਹੋਈ ਆ ਉਹਦੇ ਅਕੋਰਡਿੰਗ। ਹੁਣ 4 ਦੀ ਵੈਲਿਊ ਕਿੰਨੀ ਦਿੱਤੀ ਹੋਈ ਆਪਾਂ ਨੂੰ, ਏ। ਠੀਕ ਹੈ, ਤਾਂ ਮਤਲਬ ਸਟਾਰਟਿੰਗ ਆਪਣਾ ਏ ਤੋਂ ਹੋਏਗਾ। ਅਗਰ ਸਟਾਰਟਿੰਗ ਏ ਤੋਂ ਹੋਏਗਾ ਤਾਂ ਆ ਨਹੀਂ ਆਊਗਾ, ਤਾਂ ਆ ਵੀ ਨਹੀਂ ਆਊਗਾ। ਤਾਂ ਇਹਦੇ ਵਿੱਚੋਂ ਅਤੇ ਇਹਦੇ ਵਿੱਚੋਂ ਦੇਖਣਾ ਪਏਗਾ। ਲਾਸਟ ਡਿਜਿਟ ਕੀ ਆਪਣੇ ਕੋਲ 3, 3 ਦਾ ਕੋਡ ਕੀ ਆਪਣੇ ਕੋਲ ਵੀ। ਮਤਲਬ ਲਾਸਟ ਐਂਡ ਕਿਤੋਂ ਹੋਊਗਾ, ਵੀ ਤੋਂ। ਇਹਦਾ ਐਂਡ ਏ ਤੋਂ ਹੋ ਰਿਹਾ ਤਾਂ ਇਹ ਕੀ ਹੋ ਗਿਆ, ਗਲਤ ਹੋ ਗਿਆ। ਤਾਂ ਆਨਸਰ ਆਪਣਾ ਰਾਈਟ ਕੀ ਆ ਜਾਊਗਾ, ਡੀ। ਹੁਣ ਆਪਣੇ ਨੈਕਸਟ ਕੁਐਸਚਨ ਹੈਗਾ 76 ਕੁਐਸਚਨ ਹੈ। ਕਹਿੰਦੇ ਆਪਾਂ ਨੂੰ ਦਿੱਤੇ ਹੋਏ ਗਿਵਨ ਉਹਨੂੰ ਪੈਟਰਨ ਨੂੰ ਦੇਖਣਾ। ਬਹੁਤ ਸਿੰਪਲ ਕੁਐਸਚਨ ਸੀਗਾ। 21 ਅਤੇ 22 ਦੇ ਵਿੱਚ ਕਿੰਨਾ ਡਿਫਰੈਂਸ ਆ, 5 ਦਾ। ਅੱਗੇ ਇਹਦੇ ਵਿੱਚ ਕਿੰਨਾ ਡਿਫਰੈਂਸ ਆ, 5 ਦਾ, ਮਤਲਬ 1 ਦਾ, ਫਿਰ 5 ਦਾ। ਫਿਰ 27 ਦੇ ਵਿੱਚ 1 5 1 5 1 5 ਅਤੇ 34 ਦੇ ਵਿੱਚ ਆਪਾਂ 5 ਪਲੱਸ ਕਰਾਂਗੇ। ਆਨਸਰ ਕੀ ਆ ਜਾਣਾ ਸੀਗਾ, 39। ਸੋ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਸੋ ਨੈਕਸਟ ਕੁਐਸਚਨ ਆਪਣੇ ਕੋਲ ਫਾਈਂਡ ਆਊਟ ਕਰਨਾ ਔਡ ਨੰਬਰ। ਠੀਕ ਹੈ, ਆਪਣੇ ਕੋਲ ਗਿਵਨ ਸੀਰੀਜ਼ ਦਿੱਤੀ ਹੋਈ ਹੈ, ਇਹਦੇ ਵਿੱਚੋਂ ਆਪਾਂ ਨੇ ਗਿਵ ਕਰਨਾ ਕਿ ਗਲਤ ਫਾਈਂਡ ਆਊਟ ਕਰਨਾ। ਪਹਿਲਾਂ ਕਿ ਆਪਾਂ ਨੂੰ ਪਤਾ ਕਿ ਇਨਕਰੀਜ਼ ਹੋ ਰਿਹਾ ਤਾਂ ਮਤਲਬ ਮਲਟੀਪਲਾਈ ਜਾਂ ਪਲੱਸ ਤਾਂ ਕੁਛ ਹੋਏਗਾ ਹੀ। ਠੀਕ ਹੈ, ਸਮ ਸੋਲਵ ਕਰਨਾ, ਇਹਦੇ ਵਿੱਚ ਫਾਰਮੂਲਾ ਕੀ ਅਪਲਾਈ ਕਰਨਾ, ਲਾਈਕ ਦਿਸ ਵਨ, 2 × 1 + 1 = ਕਿਹਦੇ ਆ ਗਿਆ, 3, ਜੋ ਕਿ ਬਿਲਕੁਲ ਠੀਕ ਹੈ। ਹੁਣ ਅਗਰ 2 ਦੀ ਜਗ੍ਹਾ ਇੱਕ ਇਨਕਰੀਜ਼ ਕਰ ਦਈਏ ਅਤੇ ਇੱਥੇ 1 ਦੀ ਜਗ੍ਹਾ 2 ਕਰ ਦਈਏ, 6 + 2 ਕਿੰਨਾ ਆ ਗਿਆ, 8। ਤਾਂ ਇਹ ਵੀ ਕੰਡੀਸ਼ਨ ਸੈਟਿਸਫਾਈ ਹੋ ਰਹੀ ਆ। ਅਗਰ ਆਪਾਂ ਇੱਥੇ ਕੀ ਕਰ ਦਈਏ, ਪਹਿਲਾਂ 1 ਪਲੱਸ ਕੀਤਾ ਸੀ, ਫਿਰ 5 ਪਲੱਸ ਕਰਕੇ ਦੇਖ ਲੈਂਦੇ ਹਾਂ। ਠੀਕ ਹੈ, 8 × 3 + 3 1 2 3। ਠੀਕ ਹੈ, ਤਾਂ ਆ ਗਿਆ 27। ਫਿਰ ਅੱਗੇ 27 × 4 + 4 ਕਰਕੇ ਦੇਖਦੇ, ਇੱਥੇ ਕੀ ਹੈ 112 ਆਉਂਦਾ, ਬਟ ਆਪਾਂ ਨੂੰ ਕੀ ਦਿੱਤਾ ਹੋਇਆ 111। ਤਾਂ ਸਿੰਪਲ ਕੀ ਹੈ, ਇੱਥੇ ਹੀ ਆਪਣਾ ਆਨਸਰ ਗਲਤ ਹੋ ਗਿਆ। ਦੈਨ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਨੈਕਸਟ ਕੀ ਹੈ, ਕਹਿੰਦੇ ਪਾਸ ਹੋਏ ਵਿਦਿਆਰਥੀਆਂ ਵਿੱਚੋਂ ਇੱਕ ਜਮਾਤ ਦੇ ਵਿੱਚ ਨਮਿਤਾ ਸਿਖਰ ਤੋਂ ਕਿੰਨਵੇਂ ਨੰਬਰ 'ਤੇ ਆ ਗਏ, 15ਵੇਂ ਨੰਬਰ 'ਤੇ ਆ। ਮਤਲਬ ਸਟਾਰਟਿੰਗ ਤੋਂ ਉਹ ਕਿੰਨਵੇਂ ਨੰਬਰ 'ਤੇ ਆ, ਸਟਾਰਟਿੰਗ ਤੋਂ ਹੈਗੀ ਆ ਉਹ 15ਵੇਂ ਨੰਬਰ 'ਤੇ ਆ। ਠੀਕ ਆ, ਟੌਪ ਤੋਂ ਹੀ। ਫਿਰ ਕੀ ਕਹਿੰਦੇ ਜਿਹੜਾ ਨਮਿਤਾ ਤੋਂ 6ਵੇਂ ਨੰਬਰ 'ਤੇ ਜਿਹੜਾ ਰੈਂਕ ਕੀ ਆ, ਕੇਸ਼ਵ ਦਾ। ਮਤਲਬ 15 ਦੇ ਵਿੱਚੋਂ ਅਗਰ 6 ਪਲੱਸ ਕੀਤੇ ਤਾਂ ਕਿੰਨਾ ਆ ਗਿਆ, 21। 21 ਜਿਹੜਾ ਰੈਂਕ ਹੈਗਾ ਉਹ ਕਿਹਦਾ ਗਾ, ਕੇਸ਼ਵ ਦਾ। ਅਤੇ ਨੀਚੇ ਤੋਂ ਕੀ ਕਹਿੰਦੇ 40ਵੇਂ ਸਥਾਨ 'ਤੇ, ਮਤਲਬ ਨੀਚੇ ਤੋਂ ਕਿੰਨੇਵੇਂ ਸਥਾਨ 'ਤੇ ਆ ਉਹ, 40 ਸਥਾਨ 'ਤੇ ਆ। ਤਾਂ ਆਪਾਂ ਨੇ ਕੀ ਪਤਾ ਕਰਨਾ
ਕਿ ਜੇਕਰ ਪ੍ਰੀਖਿਆ ਦੇ ਵਿੱਚ ਪਾਸ ਹੋਏ ਵਿਦਿਆਰਥੀ ਅਤੇ ਫੇਲ ਹੋਏ ਵਿਦਿਆਰਥੀਆਂ ਦਾ ਅਨੁਪਾਤ 2/3 ਹੈ ਤਾਂ ਜਮਾਤ ਦੇ ਵਿੱਚ ਕੁੱਲ ਕਿੰਨੇ ਵਿਦਿਆਰਥੀ ਸੀਗੇ, ਤਾਂ ਕਿੰਨੇ ਹੋਣਗੇ 40 + 21 - 1 ਕਰ ਦਾਂਗੇ, ਠੀਕ ਹੈ। 61 - 1 ਤਾਂ ਕਿੰਨਾ ਆ ਜਾਊਗਾ 60 ਆਂਸਰ, ਠੀਕ ਹੈ। ਸੋ ਨੈਕਸਟ ਕੀ ਪੁੱਛਿਆ ਉਹਨਾਂ ਨੇ, ਕਿਉਂਕਿ ਰੇਸ਼ੋ 2:3 ਆ, ਠੀਕ ਹੈ, ਤਾਂ 30 ਆ ਗਈ ਇੱਕ ਦੀ, ਠੀਕ ਹੈ। ਤਾਂ ਆਪਾਂ ਨੂੰ 2:3 ਕਿਹਾ ਤਾਂ 30 ਨਾਲ ਮਲਟੀਪਲਾਈ ਕਰਦੀ, ਇਹ ਕੀ ਆ ਗਿਆ 60 ਅਤੇ ਇਹ ਕੀ ਆ ਗਿਆ 90, ਦੋਨਾਂ ਦਾ ਪਲੱਸ ਕਰਕੇ 150, ਤਾਂ ਆਂਸਰ ਇਹਦਾ ਕੀ ਆ ਜਾਣਾ ਸੀਗਾ 150, ਜਿਹੜਾ ਕੀ ਆ ਰਾਈਟ ਆਂਸਰ ਆ, ਠੀਕ ਹੈ। ਨੈਕਸਟ ਆਪਾਂ ਦੇਖਦੇ ਹਾਂ। ਸੋ ਇਹ ਕੁਐਸਚਨ ਦੇ ਵਿੱਚ ਕੀ ਹੈਗਾ, ਕਹਿੰਦੇ ਅਗਰ ਆਪਾਂ ਲੈਫਟ ਸਾਈਡ ਤੋਂ, ਠੀਕ ਹੈ, ਲੈਫਟ ਸਾਈਡ ਤੋਂ ਜਾਂਦੇ ਹਾਂ ਤਾਂ ਕਿ ਮਤਲਬ 7th 8th 10th ਲੈਟਰ ਕੀ ਹੋਣਾ ਚਾਹੀਦਾ ਗਾ, ਉਹ ਜੇ ਹੁੰਦਾ। ਅਤੇ ਅਗਰ ਮਤਲਬ ਰਾਈਟ ਸਾਈਡ ਤੋਂ ਜਾਂਦੇ ਹਾਂ, ਹਾਂ ਅਗਰ ਲੈਫਟ ਸਾਈਡ ਤੋਂ ਜਾਂਦੇ ਹਾਂ ਤਾਂ ਜੇ, ਅਗਰ ਰਾਈਟ ਸਾਈਡ ਤੋਂ ਜਾਂਦੇ ਹਾਂ ਤਾਂ ਆਪਣਾ ਜਿਹੜਾ ਲਾਸਟ ਲੈਟਰ ਹੁੰਦਾ ਉਹ ਹੁੰਦਾ ਟੀ। ਤਾਂ ਆਪਾਂ ਨੇ ਇਹਦੇ ਵਿੱਚ ਕੀ ਆ ਮਿਡਲ ਟਰਮ ਫਾਈਂਡ ਆਊਟ ਕਰਨੀ ਆ, ਬਟ ਇਹਨਾਂ ਨੇ ਕੀ ਕੀਤਾ, ਠੀਕ ਹੈ। ਤਾਂ ਇੱਥੇ ਪੁਆਇੰਟ ਮਾਰਕਸ ਆ ਸਕਦੇ ਕਿਉਂਕਿ ਇਹਨਾਂ ਦੇ ਵਿਚਾਲੇ ਓ ਵੀ ਆ ਸਕਦਾ, ਐਲ ਵੀ ਆ ਸਕਦਾ, ਦੋਨੋਂ ਆਂਸਰ ਹੀ ਠੀਕ ਹੋ ਸਕਦੇ ਆ, ਠੀਕ ਹੈ। ਤਾਂ ਨੈਕਸਟ ਅਗਰ ਆਪਣਾ ਕੁਐਸਚਨ ਹੈਗਾ, ਸੋ ਲਾਸਟ ਕੁਐਸਚਨ ਆਪਣਾ ਕਿ ਕਿਊਬਰਡ ਸ਼ਬਦ ਦੇ ਵਿੱਚ ਕਿੰਨੇ ਜੋੜੇ ਹਨ ਜਿਨ੍ਹਾਂ ਦੇ ਵਿਚਕਾਰ ਅੰਗਰੇਜ਼ੀ ਦੇ ਵਰਣਮਾਲਾ ਜਿੰਨੇ ਅੱਖਰ ਆਉਂਦੇ ਨੇ, ਠੀਕ ਹੈ। ਕਿਊ ਤੋਂ ਸੀ ਤੋਂ ਸਟਾਰਟ ਕਰਦੇ ਹਾਂ, ABCDEFGH ਕੋਈ ਵੀ ਸੇਮ ਨਹੀਂ ਆ ਰਿਹਾ, UVWXY ਨਹੀਂ, CDEPQ, ਠੀਕ ਹੈ, ਤਾਂ ਕੋਈ ਵੀ ਸੇਮ ਨਹੀਂ ਆ ਰਿਹਾ, ਤਾਂ ਇਹਦਾ ਆਂਸਰ ਕੀ ਆਉਣਾ ਸੀਗਾ ਨਨ, ਠੀਕ ਹੈ। ਆਈ ਹੋਪ ਸੋ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ, ਅਗਰ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਣਾ, ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਥੈਂਕਸ ਫॉर वॉचिंग।